ਹਾਲੇਲੂਇਆ, ਪ੍ਰੇਜ਼ ਦ ਲਾਰਡ। ਪ੍ਰਭੂ ਕੀ ਸਤੁਤੀ ਹੋ, ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਸੋ ਅੱਜ ਦਾ ਸਮਾਂ ਪਰਮੇਸ਼ਰ ਨੇ ਸਾਨੂੰ ਬਖਸ਼ਿਆ, ਅਸੀਂ ਪਰਮੇਸ਼ਰ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਅੱਜ ਅਸੀਂ ਪਰਮੇਸ਼ਰ ਦੇ ਜਿਉਂਦੇ ਵਚਨ ਨੂੰ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋ ਸਕੇ। ਧੰਨਵਾਦ ਕਰਦੇ ਹਾਂ ਔਰ ਪਰਮੇਸ਼ਰ ਦੇ ਉਸ ਉਪਕਾਰ ਦੇ ਲਈ ਜੋ ਪਰਮੇਸ਼ਰ ਡੇ ਬਾਏ ਡੇ ਸਾਡੀ ਜ਼ਿੰਦਗੀ ਦੇ ਵਿੱਚ ਕਰਦਾ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਕਿ ਵੀਰਵਾਰ ਨੂੰ ਕਿਸ ਤਰ੍ਹਾਂ ਚਰਚ ਦੇ ਵਿੱਚ ਪਰਮੇਸ਼ਰ ਦੀ ਆਰਾਧਨਾ ਹੋਈ ਔਰ ਪਰਮੇਸ਼ਰ ਦਾ ਧੰਨਵਾਦ ਹੈ ਕਿ ਕਮਿਊਨਿਟੀ ਸਰਵਿਸ ਹੋਈ, ਪ੍ਰਭੂ ਭੋਜ ਹੋਇਆ ਔਰ ਪ੍ਰਭੂ ਦੀ ਮਹਿਮਾ ਹੋਈ। ਔਰ ਉਸ ਤੋਂ ਬਾਅਦ ਬੇਸ਼ੱਕ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਜਾਂਦਾ ਹੈ, ਲੇਕਿਨ ਪ੍ਰਭੂ ਦੇ ਨਾਮ ਵਿੱਚ ਅਗਰ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਇਹ ਸਾਡੇ ਲਈ ਇੱਕ ਬਲੈਸਿੰਗ ਹੈ। ਪਰਮੇਸ਼ਰ ਦੇ ਨਾਮ ਦੀ ਖਾਤਰ ਨਾ ਕੇਵਲ ਅਸੀਂ ਨਿੰਦੇ ਜਾਣ ਨੂੰ, ਪਰ ਅਸੀਂ ਪਰਮੇਸ਼ਰ ਦੇ ਸੇਵਾ ਦੇ ਲਈ ਹਰ ਦੁੱਖ ਝੱਲਣ ਨੂੰ ਵੀ ਤਿਆਰ ਹਾਂ, ਕਿਉਂਕਿ ਖੁਦਾ ਦਾ ਕਲਾਮ ਸਾਨੂੰ ਇਹੋ ਦੱਸਦਾ ਹੈ ਕਿ ਪ੍ਰਭੂ ਦੇ ਨਾਮ ਦੀ ਖਾਤਰ, ਪ੍ਰਭੂ ਦੇ ਪ੍ਰਚਾਰ ਦੀ ਖਾਤਰ, ਪ੍ਰਭੂ ਦੇ ਵਚਨ ਦੀ ਖਾਤਰ ਬਹੁਤ ਸਾਰੀਆਂ ਸਮੱਸਿਆਵਾਂ ਔਰ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਪ੍ਰਭੂ ਦੇ ਸੇਵਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ। ਪਰ ਅਸੀਂ ਬਹੁਤ ਹੀ ਖੁਸ਼ ਹਾਂ। ਪੂਰੇ ਵਰਲਡ ਦੇ ਵਿੱਚ ਲੱਖਾਂ ਲੋਕਾਂ ਨੇ ਉਸ ਮਾਧਿਅਮ ਰਾਹੀਂ ਸਾਡੇ ਇਸ ਚਰਚ ਨੂੰ ਵੇਖਿਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਔਰ ਅਸੀਂ ਬੜੇ ਖੁਸ਼ ਹਾਂ ਕਿ ਪ੍ਰਭੂ ਦੇ ਨਾਮ ਵਿੱਚ ਇਹ ਸਭ ਕੁਝ ਸਾਨੂੰ ਸਹਿਨ ਕਰਨਾ ਪਿਆ। ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਤੁਸੀਂ ਕਿਰਪਾ ਕਰਕੇ ਸਾਡੇ ਨਾਲ ਪਰਮੇਸ਼ਰ ਦੇ ਸਹੀ ਵਚਨ ਦੀ ਜਾਣਕਾਰੀ ਪਾਉਣ ਦੇ ਲਈ ਸਾਡੇ ਨਾਲ ਬਣੇ ਰਹੋ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਵਧੋ। ਇਹ ਸਮਾਂ ਹੁਣ ਪਰਮੇਸ਼ਰ ਦੇ ਵਿੱਚ ਵਧਣ ਦਾ ਸਮਾਂ ਹੈ, ਪਿੱਛੇ ਜਾਣ ਦਾ ਸਮਾਂ ਨਹੀਂ ਹੈ। ਮੇਰੇ ਅਜ਼ੀਜ਼ੋ, ਬਹੁਤ ਸਮਾਂ ਗੁਜ਼ਰ ਚੁੱਕਾ ਹੈ, ਹੁਣ ਸਮਾਂ ਬਹੁਤ ਥੋੜ੍ਹਾ ਰਹਿ ਚੁੱਕਾ ਹੈ ਅਤੇ ਸਾਡਾ ਫਰਜ਼ ਹੈ ਕਿ ਅਸੀਂ ਹੁਣ ਪਰਮੇਸ਼ਵਰ ਦੀ ਨਿਕਟਤਾ ਦੇ ਵਿੱਚ ਚੱਲੀਏ। ਸੋ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਇਹ ਹੀ ਹੈ ਕਿ ਅਸੀਂ ਆਪਣੇ ਦਿਲਾਂ ਨੂੰ ਕਿਸ ਤਰ੍ਹਾਂ ਪਰਮੇਸ਼ਵਰ ਦੇ ਲਈ ਪਾਕ ਤੇ ਸਾਫ਼ ਕਰਨਾ ਹੈ। ਪਾਕ ਸਾਫ਼ ਦਿਲ ਜਿਹੜਾ ਪਰਮੇਸ਼ਵਰ ਚਾਹੁੰਦਾ ਹੈ, ਪਵਿੱਤਰ ਦਿਲ ਦੀ ਪਰਮੇਸ਼ਰ ਮੰਗ ਕਰਦਾ ਹੈ। ਸਾਡੇ ਦਿਲਾਂ ਦੇ ਵਿੱਚ ਕੋਈ ਬਦੀ, ਕੋਈ ਪਾਪ ਨਹੀਂ ਹੋਣਾ ਚਾਹੀਦਾ, ਕਿਉਂਕਿ ਬਾਣੀ ਸਾਨੂੰ ਦੱਸਦੀ ਹੈ, ਜਦੋਂ ਅਸੀਂ ਜ਼ਬੂਰਾਂ ਦੀ ਕਿਤਾਬ ਦੇ 66 ਜ਼ਬੂਰ ਦੇ ਵਿੱਚ ਔਰ ਉਸ ਦੇ 18 ਵਚਨ ਨੂੰ ਵੇਖਦੇ ਹਾਂ ਤਾਂ ਲਿਖਿਆ, ਜੇ ਮੈਂ ਆਪਣੇ ਮਨ ਵਿੱਚ ਬਦੀ ਰੱਖਦਾ ਤਾਂ ਪ੍ਰਭੂ ਮੇਰੀ ਨਾ ਸੁਣਦਾ। ਬਾਣੀ ਦੇ ਵਿੱਚ ਲਿਖਿਆ ਹੈ ਕਿ ਜੇਕਰ ਅਸੀਂ ਆਪਣੇ ਦਿਲ ਵਿੱਚ ਬਦੀ ਰੱਖੀਏ, ਪਾਪ ਰੱਖੀਏ, ਤਾਂ ਪਰਮੇਸ਼ਰ ਕਦੀ ਵੀ ਸਾਡੀ ਪ੍ਰਾਰਥਨਾ ਨੂੰ ਨਹੀਂ ਸੁਣਦਾ। ਬਹੁਤ ਸਾਰੇ ਲੋਕਾਂ ਦਾ ਅੱਜ ਇਹ ਸਵਾਲ ਹੁੰਦਾ ਹੈ ਕਿ ਮੈਂ ਪ੍ਰਾਰਥਨਾ ਕਰਦਾ, ਪਰਮੇਸ਼ਰ ਮੇਰੀ ਪ੍ਰਾਰਥਨਾ ਦਾ ਉੱਤਰ ਨਹੀਂ ਦਿੰਦਾ। ਅਤੇ ਬਹੁਤੇ ਲੋਕ ਜਦੋਂ ਆਪਣੀ ਨੀਡ ਲਈ, ਆਪਣੀ ਜ਼ਰੂਰਤ ਲਈ, ਜੋ ਉਹਨਾਂ ਨੂੰ ਦਿਖਦਾ ਹੈ, ਜੋ ਉਹਨਾਂ ਨੂੰ ਦਿਖਾਈ ਦਿੰਦਾ ਹੈ ਕਿ ਮੇਰੀ ਇਹ ਲੋੜ ਹੈ, ਮੇਰੀ ਇਹ ਜ਼ਰੂਰਤ ਹੈ, ਉਸ ਦੇ ਅਨੁਸਾਰ ਉਹ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਰ ਦੇ ਸਨਮੁਖ ਜਾਂਦੇ ਨੇ। ਪਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਜਦੋਂ ਉਹ ਲੋਕ ਪ੍ਰਾਰਥਨਾ ਲੈ ਕੇ ਜਾਂਦੇ ਨੇ ਪਰਮੇਸ਼ਰ ਦੇ ਕੋਲ, ਪਰ ਪ੍ਰਾਰਥਨਾ ਦਾ ਜਦੋਂ ਉੱਤਰ ਨਹੀਂ ਮਿਲਦਾ ਤੇ ਫਿਰ ਨਿਰਾਸ਼ ਹੋ ਜਾਂਦੇ ਨੇ। ਤੇ ਬਾਣੀ ਸਾਨੂੰ ਇਹ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਦਾ ਉੱਤਰ ਦੇਵੇ ਤਾਂ ਤੁਹਾਨੂੰ ਆਪਣੇ ਦਿਲ ਦੇ ਵਿੱਚੋਂ ਹਰ ਬਦੀ ਨੂੰ, ਬਾਈਬਲ ਜੋ ਸਾਨੂੰ ਦੱਸਦੀ ਹੈ, ਉਸ ਦੇ ਵਿੱਚੋਂ ਮੁੜਨਾ ਪਏਗਾ। ਮਨ ਫਿਰਾਓ, ਤੌਬਾ ਕਰੋ, ਪਛਤਾਪ ਕਰੋ, ਪਰਮੇਸ਼ਰ ਦੇ ਵੱਲ ਆਓ। ਇਹ ਬਾਈਬਲ ਸਾਨੂੰ ਸਿਖਾਉਂਦੀ ਹੈ। ਅੱਜ ਬਹੁਤ ਸਾਰੇ ਲੋਕ ਕਰੋਨਾ ਤੋਂ ਡਰ ਰਹੇ ਨੇ, ਉਸ ਵਾਇਰਸ ਤੋਂ ਡਰ ਰਹੇ ਨੇ। ਬਹੁਤ ਸਾਰੇ ਲੋਕ ਬੜੀਆਂ ਪਰੇਸ਼ਾਨੀਆਂ ਦੇ ਵਿੱਚ ਨੇ ਕਿ ਪਤਾ ਨਹੀਂ ਕੀ ਹੋ ਜਾਏਗਾ। ਪਰ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਣਾ ਚਾਹੁੰਦਾ, ਪਰਮੇਸ਼ਰ ਦੇ ਵਚਨ ਦੇ ਦੁਆਰਾ ਯੀਸ਼ੂ ਦਾ ਲਹੂ ਹੀ ਸਾਰੇ ਵਾਇਰਸ ਦੀ ਤੇ ਸਾਰੀ ਬਿਮਾਰੀ ਦੀ ਔਰ ਸਾਰੇ ਪ੍ਰਕਾਰ ਦੇ ਔਰ ਜਿੰਨੀਆਂ ਵੀ ਬਦੀਆਂ ਉਹਨਾਂ ਦੀ ਦਵਾਈ ਸਿਰਫ ਯੀਸ਼ੂ ਦਾ ਲਹੂ ਹੀ ਹੈ। ਯੀਸ਼ੂ ਦੇ ਲਹੂ ਦੇ ਦੁਆਰਾ ਹੀ ਅਸੀਂ ਪਾਕ ਤੇ ਸਾਫ਼ ਹੋ ਸਕਦੇ ਹਾਂ। ਜਿਵੇਂ ਕਿ ਦਾਊਦ ਕਹਿੰਦਾ ਹੈ ਕਿ ਮੈਂ ਜੇ ਆਪਣੇ ਦਿਲ 'ਚ ਬਦੀ ਰੱਖਦਾ ਤੇ ਪਰਮੇਸ਼ਰ ਮੇਰੀ ਕਦੀ ਨਾ ਸੁਣਦਾ। ਉਹਨੂੰ ਪਤਾ ਸੀ ਜਦੋਂ ਉਹਦੇ ਦਿਲ ਵਿੱਚ ਬਦੀਆਂ ਆਈਆਂ ਸਨ ਤਾਂ ਪਰਮੇਸ਼ਰ ਨੇ ਉਹਦੀ ਸੁਣੀ ਨਹੀਂ ਸੀ। ਸਾਨੂੰ ਯਾਦ ਹੋਏਗਾ, ਪਤਾ ਹੋਏਗਾ ਕਿ ਦਾਊਦ ਕੋਲੋਂ ਗਲਤੀਆਂ ਹੋਈਆਂ ਸੀ, ਦਾਊਦ ਕੋ ਪਾਪ ਹੋਏ ਸੀ, ਲੇਕਿਨ ਜਦੋਂ ਉਸ ਪਾਪ ਦੇ ਵਿੱਚ ਸੀ ਉਹਨੇ ਰੋ ਕੇ, ਵਰਤ ਰੱਖ ਕੇ, ਸਵਾਹ 'ਚ ਬੈਠ ਕੇ, ਆਪਣੇ ਆਪ ਨੂੰ ਬਹੁਤ ਦੁੱਖ ਦੇ ਕੇ ਉਹਨੇ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪਰਮੇਸ਼ਰ ਮੇਰੇ ਬੱਚੇ ਨੂੰ ਜ਼ਿੰਦਗੀ ਦੇ ਦੇ। ਪਰ ਖੁਦਾ ਨੇ ਉਹਦੀ ਪ੍ਰਾਰਥਨਾ ਨਹੀਂ ਸੁਣੀ। ਪਰਮੇਸ਼ਰ ਨੇ ਉਹਦੀ ਪ੍ਰਾਰਥਨਾ ਦਾ ਉੱਤਰ ਨਹੀਂ ਦਿੱਤਾ ਕਿਉਂਕਿ ਉਹਨੇ ਬਦੀ ਕੀਤੀ ਸੀ। ਬਦੀਆਂ ਦੀਆਂ ਕਿਸਮਾਂ ਬਹੁਤ ਹੁੰਦੀਆਂ ਨੇ। ਬਦੀ ਦਾ ਮਤਲਬ ਕੀ ਹੈ? ਮੈਂ ਇੱਕ ਪਾਪ ਦੇ ਬਾਰੇ ਗੱਲ ਕਰ ਰਿਹਾ। ਇਹ ਇਹੋ ਜਿਹਾ ਪਾਪ ਹੈ ਜੋ ਇਨਸਾਨ ਆਪਣੇ ਦਿਲ ਦੇ ਵਿੱਚ ਰੱਖਦਾ ਹੈ। ਦਿਲ ਦੇ ਵਿੱਚੋਂ ਜੋ ਕੁਝ ਨਿਕਲਦਾ ਹੈ, ਬਾਈਬਲ ਦੱਸਦੀ ਹੈ ਕਿ ਉਹੀ ਇਨਸਾਨ ਨੂੰ ਭ੍ਰਿਸ਼ਟ ਕਰਦਾ ਹੈ। ਔਰ ਦਿਲ ਦੇ ਵਿੱਚ ਅਗਰ ਸਾਡੇ ਬਦੀਆਂ ਪਾਪ ਨੇ, ਪਾਪ ਦੀਆਂ ਕਿਸਮਾਂ ਬਹੁਤ ਨੇ ਔਰ ਕਿਸਮਾਂ ਦੇ ਬਾਰੇ ਮੈਂ ਅੱਗੇ ਜਾ ਕੇ ਥੋੜ੍ਹਾ ਜਿਹਾ ਤੁਹਾਡੇ ਨਾਲ ਵਿਚਾਰ ਜ਼ਰੂਰ ਕਰਾਂਗਾ ਕਿ ਕਿੰਨੇ ਪ੍ਰਕਾਰ ਦੇ, ਕਿੰਨੀਆਂ ਬਹੁਤ ਤਰ੍ਹਾਂ ਦੀਆਂ ਕਿਸਮਾਂ ਨੇ ਪਾਪ ਦੀਆਂ। ਕੋਈ ਕਹਿੰਦਾ ਮੇਰਾ ਪਾਪ ਛੋਟਾ ਹੈ, ਉਹਦਾ ਪਾਪ ਵੱਡਾ ਹੈ। ਕੋਈ ਬੰਦਾ ਆਪਣੇ ਪਾਪ ਦੇ ਬਾਰੇ ਅਨੁਮਾਨ ਲਗਾਉਂਦਾ ਹੈ ਕਿ ਮੇਰੇ ਪਾਪ ਸ਼ਾਇਦ ਘੱਟ ਨੇ, ਉਹਦੇ ਜ਼ਿਆਦਾ ਨੇ। ਇਸ ਲਈ ਮੇਰੇ ਅਜ਼ੀਜ਼ੋ, ਪਾਪ ਜਾਂ ਘੱਟ ਜਾਂ ਵੱਧ ਨਹੀਂ ਹੁੰਦਾ। ਪਾਪ ਦੀ ਕਿਸਮ ਹੋਰ ਹੋ ਸਕਦੀ ਹੈ।
ਪਾਪ ਦਾ ਜਿਹੜਾ ਕਿਸਮ ਹੈ ਉਹ ਬਦਲ ਸਕਦੀ, ਲੇਕਿਨ ਪਾਪ ਕਦੇ ਨਹੀਂ ਬਦਲਦਾ। ਪਾਪ ਤਾਂ ਪਾਪ ਹੈ। ਪਰ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਚਾਹੁੰਦੇ ਨੇ ਕਿ ਅਸੀਂ ਹੁਣ ਜਦੋਂ ਪਰਮੇਸ਼ਵਰ ਦੇ ਕੋਲ ਆਉਂਦੇ ਹਾਂ ਤਾਂ ਸਾਡੇ ਜੀਵਨ ਦਾ ਜਿਉਣ ਦਾ, ਸਾਡਾ ਪਰਮੇਸ਼ਵਰ ਦੇ ਨਾਲ ਜਿਹੜਾ ਜੀਵਨ ਹੈ ਉਹਦਾ ਜਿਹੜਾ ਆਚਰਣ ਹੈ ਉਹ ਸਹੀ ਹੋਣਾ ਬਹੁਤ ਜ਼ਰੂਰੀ ਹੈ। ਪਰਮੇਸ਼ਵਰ ਚਾਹੁੰਦੇ ਨੇ ਕਿ ਅਸੀਂ ਆਪਣੇ ਪਾਪਾਂ ਤੋਂ ਮੁੜੀਏ ਔਰ ਜ਼ਿੰਦਗੀ ਨੂੰ ਪਾਈਏ, ਕਿਉਂਕਿ ਪਰਮੇਸ਼ਵਰ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਪਾਪਾਂ ਦੇ ਵਿੱਚ ਮਰੀਏ। ਪਰਮੇਸ਼ਵਰ ਸਾਨੂੰ ਪਾਪਾਂ ਤੋਂ ਮੁਕਤ ਕਰਨ ਦੇ ਲਈ, ਪਾਪਾਂ ਤੋਂ ਬਚਾਉਣ ਦੇ ਲਈ ਇਸ ਜਗਤ ਵਿੱਚ ਉਹਨਾਂ ਨੇ ਆਪਣੇ ਪੁੱਤਰ ਪ੍ਰਭੂ ਯਿਸੂ ਨੂੰ ਭੇਜਿਆ। ਇਸ ਲਈ ਪਰਮੇਸ਼ਵਰ ਦੇ ਪੁੱਤਰ ਯਿਸੂ ਮਸੀਹ ਆਏ ਤਾਂ ਕਿ ਉਹ ਸਾਡੇ ਜੀਵਨ 'ਚੋਂ ਸ਼ੈਤਾਨ ਦੇ ਕੰਮਾਂ ਨੂੰ ਨਸ਼ਟ ਕਰ ਸਕਣ। ਔਰ ਅੱਜ ਮੈਂ ਦੱਸਣਾ ਚਾਹੁੰਦਾ, ਬਹੁਤ ਸਾਰੇ ਭੈਣ ਭਰਾ ਜਿਹੜੇ ਕਈ ਤਰ੍ਹਾਂ ਦੇ ਪ੍ਰੋਬਲਮਾਂ ਦੇ ਕਾਰਨ, ਕਈ ਤਰ੍ਹਾਂ ਦੇ ਡਰਾਂ ਦੇ ਕਾਰਨ ਉਹ ਬੈਠੇ ਨੇ, ਉਹ ਸੋਚਦੇ ਨੇ ਕਿ ਸ਼ਾਇਦ ਸਾਨੂੰ ਹੁਣ ਜਾਣ ਦੀ ਜ਼ਰੂਰਤ ਨਹੀਂ ਹੈ, ਪਰ ਘਰੇ ਬੈਠ ਕੇ ਪ੍ਰਾਰਥਨਾ ਕਰ ਲਾਂਗੇ, ਘਰੇ ਬੈਠ ਕੇ ਸੇਵਾ ਕਰ ਲਾਂਗੇ। ਮੇਰੇ ਅਜ਼ੀਜ਼ੋ, ਅੱਜ ਸਮਾਂ ਹੈ ਕਿ ਜਿਹੜੇ ਲੋਕ ਪਾਪ ਵਿੱਚ ਨਾਸ਼ ਹੋ ਰਹੇ ਨੇ ਉਹਨਾਂ ਨੂੰ ਪਰਮੇਸ਼ਵਰ ਦਾ ਸ਼ੁਭ ਸਮਾਚਾਰ ਸੁਣਾਉਣ ਦਾ ਵੇਲਾ ਹੈ। ਅੱਜ ਵੇਲਾ ਹੈ ਕਿ ਲੋਕ ਮੁੜਨ ਔਰ ਇੱਕ ਸਭ ਤੋਂ ਵੱਡੀ ਬਿਮਾਰੀ, ਜਿਹੜੀ ਕਿ ਬਿਮਾਰੀ ਇਸ ਕਰੋਨਾ ਵਾਇਰਸ ਤੋਂ ਵੀ ਵੱਡੀ ਹੈ, ਉਹ ਹੈ ਪਾਪ ਦੀ ਬਿਮਾਰੀ, ਜਿਹਦੇ ਨਾਲ ਲੋਕ ਮਰ ਰਹੇ ਨੇ ਤੇ ਨਾਸ਼ ਹੋ ਰਹੇ ਨੇ ਤੇ ਨਰਕ ਦੇ ਵਿੱਚ ਜਾ ਰਹੇ ਨੇ। ਮੇਰੇ ਅਜ਼ੀਜ਼ੋ, ਅੱਜ ਸਾਨੂੰ ਪਰਮੇਸ਼ਵਰ ਦੇ ਵੱਲ ਮੁੜਨ ਦੀ ਲੋੜ ਹੈ, ਪਰਮੇਸ਼ਵਰ ਦੇ ਵੱਲ ਫਿਰਨ ਦੀ ਲੋੜ ਹੈ। ਜਦੋਂ ਇਲਾਜ ਹੀ ਨਾ ਹੋਵੇ ਕੋਈ, ਜਦੋਂ ਸਮੱਸਿਆਵਾਂ ਹੀ ਇੰਨੀਆਂ ਵੱਧ ਜਾਣ, ਤਾਂ ਫਿਰ ਮੇਰੇ ਅਜ਼ੀਜ਼ੋ ਇੱਕੋ ਹੀ ਸਹਾਰਾ ਬਚਦਾ ਹੈ, ਉਹ ਸਹਾਰਾ ਪਰਮੇਸ਼ਵਰ ਹੈ। ਔਰ ਜਿਹੜੇ ਲੋਕ ਪਰਮੇਸ਼ਵਰ ਦੇ ਕੋਲ ਆ ਜਾਂਦੇ ਨੇ ਉਹਨਾਂ ਨੂੰ ਕਿਸੇ ਹੋਰ ਸਹਾਰੇ ਦੀ ਜ਼ਰੂਰਤ ਨਹੀਂ ਪੈਂਦੀ। ਮੇਰੇ ਪਿਆਰੇ ਭੈਣੋ ਭਰਾਵੋ, ਸਾਨੂੰ ਜ਼ਿੰਦਗੀ ਪਾਉਣ ਦੇ ਲਈ ਪਰਮੇਸ਼ਵਰ ਨੇ ਬੁਲਾਇਆ ਹੈ ਔਰ ਇਹ ਜ਼ਿੰਦਗੀ ਉਸਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੈ। ਔਰ ਇਸ ਲਈ ਬਾਈਬਲ ਦੱਸਦੀ ਹੈ ਕਿ ਜੇ ਦਾਊਦ ਕਹਿੰਦਾ ਮੈਂ ਆਪਣੇ ਦਿਲ ਵਿੱਚ ਵਧੀ ਰੱਖਦਾ ਤਾਂ ਪਰਮੇਸ਼ਵਰ ਮੇਰੀ ਕਦੀ ਨਾ ਸੁਣਦਾ, ਪਰਮੇਸ਼ਵਰ ਮੇਰੀ ਪ੍ਰਾਰਥਨਾ ਨੂੰ ਨਾ ਸੁਣਦਾ। ਸੋ ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲਾਂ 'ਚੋਂ ਬਦੀਆਂ ਨੂੰ ਦੂਰ ਕਰੀਏ। ਬਹੁਤ ਸਾਰੀਆਂ ਬਦੀਆਂ ਹੋ ਸਕਦੀਆਂ ਨੇ। ਕਈ ਵਾਰ ਸਾਨੂੰ ਲੱਗਦਾ ਹੈ ਕਿ ਛੋਟੀ ਜਿਹੀ ਬਦੀ ਹੈ, ਉਹ ਕੋਈ ਗੱਲ ਨਹੀਂ, ਛੋਟਾ ਜਿਹਾ ਪਾਪ ਹੈ, ਛੋਟਾ ਜਿਹਾ ਗੁੱਸਾ ਹੈ, ਛੋਟਾ ਜਿਹਾ ਕ੍ਰੋਧ ਹੈ, ਛੋਟੀ ਜਿਹੀ ਗੱਲ ਹੈ। ਪਰ ਮੇਰੇ ਅਜ਼ੀਜ਼ੋ, ਆਪਣੇ ਦਿਲ ਦੇ ਵਿੱਚ ਤੁਸੀਂ ਕਦੀ ਵੀ ਬਦੀਆਂ ਨੂੰ ਜਗ੍ਹਾ ਨਾ ਦਿਓ। ਪਰਮੇਸ਼ਰ ਦਾ ਵਚਨ ਦੱਸਦਾ ਹੈ ਕਿ ਬਦੀਆਂ ਦੀਆਂ ਕਿਸਮਾਂ ਤਾਂ ਬਹੁਤ ਹੋ ਸਕਦੀਆਂ ਨੇ, ਪਰ ਉਹਦਾ ਰਿਜ਼ਲਟ ਸਿਰਫ ਇੱਕੋ ਹੀ ਹੁੰਦਾ ਹੈ ਔਰ ਉਹ ਹੈ ਪਰਮੇਸ਼ਵਰ ਤੋਂ ਦੂਰੀ। ਮੇਰੇ ਅਜ਼ੀਜ਼ੋ, ਅਸੀਂ ਪਰਮੇਸ਼ਵਰ ਤੋਂ ਦੂਰ ਨਾ ਜਾਈਏ, ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦਈਏ। ਜਿਵੇਂ ਕਿ ਬਾਈਬਲ ਦੇ ਵਿੱਚ ਅਸੀਂ ਜ਼ਬੂਰ 66:18 ਦੇ ਵਿੱਚ ਪੜ੍ਹ ਚੁੱਕੇ ਹਾਂ, ਦਾਊਦ ਕਹਿੰਦਾ ਹੈ, ਜੇ ਮੈਂ ਆਪਣੇ ਦਿਲ ਵਿੱਚ ਵਧੀ ਰੱਖਦਾ ਤਾਂ ਪਰਮੇਸ਼ਵਰ ਮੇਰੀ ਨਾ ਸੁਣਦਾ। ਸੋ ਇਸ ਲਈ ਮੈਂ ਪਰਮੇਸ਼ਵਰ ਦੇ ਵਚਨ 'ਚ ਜਦੋਂ ਯਸ਼ਾਇਆ ਨਬੀ ਦੀ ਕਿਤਾਬ ਦੇ ਵਿੱਚੋਂ ਤੁਹਾਡੇ ਲਈ ਪੜ੍ਹਾਂਗਾ, ਯਸ਼ਾਇਆ ਨਬੀ ਦੀ ਕਿਤਾਬ ਉਸ ਦਾ ਜਦੋਂ ਅਸੀਂ 59 ਅਧਿਆਇ 1 ਤੇ 2 ਵਚਨ ਨੂੰ ਪੜ੍ਹਦੇ ਹਾਂ ਤਾਂ ਉੱਥੇ ਯਸ਼ਾਇਆ ਨਬੀ ਇਸ ਤਰ੍ਹਾਂ ਆਖਦਾ ਹੈ। ਦੇਖੀਏ ਲਿਖਿਆ ਤੇ ਸਗੋਂ ਯਸ਼ਾਇਆ 59 ਦੀ 1 ਤੋਂ 2, ਵੇਖ ਯਹੋਵਾ ਦਾ ਹੱਥ ਛੋਟਾ ਨਹੀਂ, ਭਾਈਓ ਬਚਾਵੇ ਨਾ, ਉਹਦੇ ਕੰਨ ਭਾਰੀ ਨਹੀਂ, ਭਾਈਓ ਸੁਣੇ ਨਾ। ਸੋ ਬਾਈਬਲ ਕੀ ਦੱਸਦੀ ਹੈ ਕਿ ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਹੈ। ਹਾਲੇਲੂਇਆ, ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਹੈ। ਇੱਕ ਵਾਰੀ ਫੇਰ ਤੁਸੀਂ ਸਾਰੇ ਆਪਣੇ ਦਿਲ ਤੋਂ ਵਿਸ਼ਵਾਸ ਦੇ ਨਾਲ ਔਰ ਆਤਮਾ ਦੇ ਨਾਲ ਸੱਚਾਈ ਨਾਲ ਬੋਲੀਏ ਕਿ ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਹੈ। ਇੱਥੇ ਲਿਖਿਆ, ਵੇਖ ਯਹੋਵਾ ਦਾ ਹੱਥ ਛੋਟਾ ਨਹੀਂ, ਭਾਈ ਉਹ ਬਚਾਵੇ ਨਾ। ਪਰਮੇਸ਼ਵਰ ਦਾ ਹੱਥ ਛੋਟਾ ਨਹੀਂ ਹੈ ਕਿ ਉਹ ਬਚਾ ਨਾ ਲਵੇ, ਔਰ ਉਸ ਤੋਂ ਬਾਅਦ ਲਿਖਿਆ ਉਹਦੇ ਕੰਨ ਭਾਰੀ ਨਹੀਂ, ਭਾਈ ਉਹ ਨਾ ਸੁਣੇ। ਤੋ ਇਸ ਗੱਲ ਤੇ ਅਸੀਂ ਪਹਿਲਾਂ ਇੱਕ ਵਚਨ ਤੇ ਧਿਆਨ ਦਈਏ ਕਿ ਪਰਮੇਸ਼ਵਰ ਦਾ ਹੱਥ ਛੋਟਾ ਨਹੀਂ। ਪਹਿਲੀ ਗੱਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਪਰਮੇਸ਼ਵਰ ਦਾ ਹੱਥ ਕਿੰਨਾ ਪਰਾਕਰਮੀ ਹੱਥ ਹੈ। ਪਰਮੇਸ਼ਵਰ ਆਪਣੇ ਸਰਬ ਸ਼ਕਤੀਮਾਨ ਹੱਥ ਦੇ ਨਾਲ ਉਹ ਸੱਚਮੁੱਚ ਬਾਈਬਲ ਦੱਸਦੀ ਹੈ ਕਿ ਲੱਖਾਂ ਲੋਕਾਂ ਨੂੰ, ਇਜ਼ਰਾਈਲੀਆਂ ਨੂੰ ਉਹ ਗੁਲਾਮੀ ਦੇ ਦੇਸ਼ ਵਿੱਚੋਂ ਕੱਢ ਲਿਆਇਆ। ਉਹੀ ਪਰਮੇਸ਼ਵਰ ਹੈ ਜਿਸ ਨੇ ਆਪਣੇ ਸਮਰਥੀ ਹੱਥ ਦੇ ਨਾਲ ਉਹਨਾਂ ਦੀ ਅਗਵਾਈ ਕੀਤੀ ਔਰ 40 ਸਾਲ ਬਿਆਬਾਨ ਦੇ ਵਿੱਚ ਉਹਨੇ ਮਰੂ ਭੂਮੀ ਦੇ ਵਿੱਚ ਆਪਣੇ ਲੋਕਾਂ ਦੀ ਪ੍ਰਤਪਾਲ ਕੀਤੀ, ਉਹਨਾਂ ਨੂੰ ਖਾਣ ਲਈ ਆਹਾਰ ਦਿੱਤਾ ਔਰ ਉਸ ਮਰੂ ਭੂਮੀ ਦੇ ਵਿੱਚ ਜਿੱਥੇ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਸੀ, ਪਰਮੇਸ਼ਵਰ ਨੇ ਉਹਨਾਂ ਨੂੰ ਸੰਭਾਲ ਕੇ ਉਹਨਾਂ ਦੀ ਪ੍ਰਤਪਾਲ ਕੀਤੀ। ਪਰਮੇਸ਼ਵਰ ਦਾ ਹੱਥ ਛੋਟਾ ਨਹੀਂ। ਬਾਈਬਲ ਦੱਸਦੀ ਕਿ ਉਹਨਾਂ ਦੇ ਕੱਪੜੇ ਕਦੀ ਪੁਰਾਣੇ ਨਹੀਂ ਸੀ ਹੋਏ, ਉਹਨਾਂ ਦੀਆਂ ਜੁੱਤੀਆਂ ਨਹੀਂ ਟੁੱਟੀਆਂ ਔਰ ਸੱਚਮੁੱਚ ਖੁਦਾ ਨੇ 40 ਸਾਲ ਉਹਨਾਂ ਦੀ ਅਗਵਾਈ ਕਰਕੇ ਉਹਨਾਂ ਨੂੰ ਇਹ ਸਾਬਤ ਕੀਤਾ ਕਿ ਮੈਂ ਹੀ ਤੁਹਾਡਾ ਪਰਮੇਸ਼ਵਰ ਹਾਂ। ਸੋ ਅੱਜ ਵੀ ਪਰਮੇਸ਼ਵਰ ਉਹੀ ਹੈ। ਪਰ ਬਾਈਬਲ ਇੱਕ ਵਾਰ ਫੇਰ ਸਾਨੂੰ ਇਹ ਦੱਸਦੀ ਹੈ ਕਿ ਕਿਉਂ ਪਰਮੇਸ਼ਵਰ ਅੱਜ ਤੁਹਾਡੀ ਨਹੀਂ ਸੁਣਦਾ, ਕਿਉਂ ਅੱਜ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ, ਤੁਹਾਡੀ ਪਰਮੇਸ਼ਵਰ ਸੁਣਦਾ ਹੈ ਤੇ ਸਾਡੀ ਨਹੀਂ ਸੁਣਦਾ। ਮੇਰੇ ਅਜ਼ੀਜ਼ੋ, ਪਰਮੇਸ਼ਵਰ ਤੁਹਾਡੀ ਪ੍ਰਾਰਥਨਾ ਵੀ ਸੁਣਨਾ ਚਾਹੁੰਦਾ ਆ। ਇਸ ਜਗ੍ਹਾ ਤੇ ਲਿਖਿਆ ਹੋਇਆ ਹੈ ਕਿ ਮੇਰਾ ਹੱਥ, ਪਰਮੇਸ਼ਵਰ ਕਹਿੰਦਾ, ਛੋਟਾ ਨਹੀਂ ਜੋ ਬਚਾਵੇ ਨਾ ਔਰ ਨਾ ਮੇਰਾ ਕੰਨ ਭਾਰੀ ਹੈ ਕਿ ਸੁਣ ਨਾ ਸਕੇ। ਪਰ ਉਸ ਤੋਂ ਬਾਅਦ ਲਿਖਿਆ 2 ਆਇਤ ਦੇ ਵਿੱਚ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਤੇ ਤੁਹਾਡੇ ਪਰਮੇਸ਼ਵਰ ਵਿੱਚ ਜੁਦਾਈ ਪਾ ਦਿੱਤੀ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਬਦੀਆਂ ਸਾਡੇ ਗੁਨਾਹ ਔਰ ਉਹ ਚਾਹੇ ਕਿਸੇ ਵੀ ਕਿਸਮ ਦੇ ਕਿਉਂ ਨਾ ਹੋਣ, ਪਰ ਉਹਨਾਂ ਦਾ ਰਿਜ਼ਲਟ ਇੱਕੋ ਹੀ ਹੈ
ਕਿ ਉਹ ਤੁਹਾਨੂੰ ਪਰਮੇਸ਼ਰ ਨਾਲੋਂ ਵੱਖ ਕਰਦੇ ਨੇ। ਜਦੋਂ ਅਸੀਂ ਪਰਮੇਸ਼ਰ ਦੇ ਨਾਲ ਮਿਲਣਾ ਚਾਹੁੰਦੇ ਹਾਂ, ਪਰਮੇਸ਼ਰ ਦੇ ਨਾਲ ਮਿਲੇ ਰਹਿਣਾ ਚਾਹੁੰਦੇ ਹਾਂ, ਤਾਂ ਆਪਣੇ ਦਿਲ ਦੇ ਵਿੱਚੋਂ ਬਦੀਆਂ ਨੂੰ ਕੱਢਣਾ ਪਵੇਗਾ। ਬਦਕਾਰ ਲੋਕ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਕਦੀ ਵੀ ਗ੍ਰਹਿਣਯੋਗ ਨਹੀਂ ਹੁੰਦੇ। ਬਦਕਾਰੀਆਂ ਛੱਡਣੀਆਂ ਹੈ, ਬਦਕਾਰੀਆਂ ਤੋਂ ਮੁੜਨਾ ਹੈ। ਬਾਈਬਲ 'ਚ ਲਿਖਿਆ ਤੌਬਾ ਕਰੋ, ਮੁੜੋ ਤਾਂ ਜੋ ਤੁਹਾਡੇ ਪਾਪ ਮਿਟਾਏ ਜਾਣ ਔਰ ਪਰਮੇਸ਼ਵਰ ਦੇ ਹਜ਼ੂਰ ਤੁਹਾਡੇ ਲਈ ਸੁੱਖ ਦੇ ਦੇਣ ਆਉਣ। ਮੈਂ ਇੱਕ ਵਾਰ ਫਿਰ ਕਹਿਣਾ ਚਾਹੁੰਦਾ, ਤੌਬਾ ਕਰੋ ਤੇ ਮੁੜੋ। ਅਗਰ ਤੁਸੀਂ ਮਸੀਹ 'ਚ ਵੀ ਹੋ ਔਰ ਬਹੁਤ ਸਮੇਂ ਤੋਂ ਮਸੀਹ 'ਚ ਹੋ, ਤਾਂ ਵੀ ਅੱਜ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਪੁਰਾਣੇ ਕ੍ਰਿਸਚਨ ਨੇ, ਆਪਣੇ ਆਪ ਨੂੰ ਪੁਰਾਣੇ ਸਮਝਦੇ ਨੇ, ਪੁਰਾਣੇ ਸੋਚਦੇ ਨੇ। ਕਈ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੂੰ ਤੌਬਾ ਦੀ ਜ਼ਰੂਰਤ ਹੁੰਦੀ ਹੈ। ਮੈਂ ਦੱਸਣਾ ਚਾਹੁੰਦਾ ਕਿ ਕਈ ਵਾਰੀ ਬਹੁਤ ਸਾਰੇ ਲੋਕ ਪਾਸਟਰਾਂ ਦੇ ਬਾਰੇ ਬਹੁਤ ਗਲਤ ਕਮੈਂਟ ਕਰ ਬੈਠਦੇ ਨੇ ਔਰ ਮੈਂ ਦੱਸਣਾ ਚਾਹੁੰਦਾ ਮੇਰੇ ਅਜ਼ੀਜ਼ੋ, ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਸੱਚ ਨੂੰ ਜਾਣੋ, ਸੱਚ ਨੂੰ ਸਮਝੋ। ਸੱਚ ਇਹ ਹੈ ਕਿ ਯੀਸ਼ੂ ਮਸੀਹ ਤੋਂ ਬਿਨਾਂ ਉद्धार ਮੁਕਤੀ ਸੰਭਵ ਨਹੀਂ ਹੈ। ਔਰ ਮੇਰੇ ਅਜ਼ੀਜ਼ੋ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪ੍ਰਾਰਥਨਾ ਦਾ ਪਰਮੇਸ਼ਰ ਉੱਤਰ ਦੇਵੇ, ਆਨਸਰ ਦੇਵੇ, ਤਾਂ ਆਪਣੇ ਦਿਲ ਨੂੰ ਅੱਜ ਪਾਕ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਸੋ ਮੈਂ ਬੇਨਤੀ ਕਰਦਾ ਕਿ ਅਗਰ ਤੁਹਾਡੇ ਦਿਲਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਕਿਸੇ ਦੇ ਲਈ ਵੀ ਕੋਈ ਐਸੀ ਗੱਲ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਨਾਲ ਬਦੀ ਕਮਾਈ ਹੈ, ਤੁਸੀਂ ਪ੍ਰਾਰਥਨਾ ਦੇ ਵਿੱਚ ਤਾਂ ਬੈਠ ਗਏ ਹੋ, ਪ੍ਰਾਰਥਨਾ ਤਾਂ ਕਰਨ ਲੱਗੇ ਹੋ, ਪਰ ਤੁਸੀਂ ਕਦੀ ਕਿਸੇ ਦਾ ਮਨ ਦੁਖਾ ਕੇ, ਦਿਲ ਦੁਖਾ ਕੇ, ਬਦੀਆਂ ਕਰਕੇ, ਕਿਸੇ ਦੇ ਨਾਲ ਅਤਿਆਚਾਰ ਕਰਕੇ ਤੁਸੀਂ ਸੋਚਦੇ ਹੋ ਕਿ ਮੈਂ ਪ੍ਰਾਰਥਨਾ 'ਚ ਬੈਠਾਂਗਾ ਤੇ ਪਰਮੇਸ਼ਰ ਮੇਰੀ ਪ੍ਰਾਰਥਨਾ ਨੂੰ ਸੁਣੇਗਾ। ਆਪਣੇ ਦਿਲ 'ਚ ਕਿਸੇ ਲਈ ਕੋਈ ਵੀ ਬਦੀ ਨਾ ਲਿਆਓ। ਮੇਰੇ ਅਜ਼ੀਜ਼ੋ, ਪਾਪ ਬਹੁਤ ਤਰ੍ਹਾਂ ਦੇ ਨੇ। ਅੱਜ ਦਿਲ ਪਾਪ ਨਾਲ ਭਰੇ ਪਏ ਨੇ। ਬੇਵਿਚਾਰ ਇਹੋ ਜਿਹਾ ਪਾਪ ਹੈ, ਬਹੁਤ ਸਾਰੇ ਇਹੋ ਜਿਹੇ ਪਾਪ ਨੇ ਜਿਹੜੇ ਪਾਪ ਬੰਦੇ ਦੇ ਅੰਦਰ ਹੀ ਪਏ ਰਹਿੰਦੇ ਨੇ ਤੇ ਉਹਦੇ ਅੰਦਰ ਉਹ ਸੜਿਆਨ ਦੀ ਤਰ੍ਹਾਂ। ਮੈਂ ਦੱਸਣਾ ਚਾਹੁੰਦਾ ਕਿ ਕੈਂਸਰ ਨਾਲੋਂ ਵੀ ਭੈੜੀ ਬਿਮਾਰੀ ਹੈ ਪਾਪ ਦੀ ਬਿਮਾਰੀ। ਕੋਈ ਬਿਮਾਰੀ ਇਸ ਬਿਮਾਰੀ ਤੋਂ ਵੱਡੀ ਨਹੀਂ। ਔਰ ਪਰਮੇਸ਼ਰ ਚਾਹੁੰਦਾ ਹੈ ਕਿ ਤੁਹਾਡੇ ਦਿਲਾਂ ਵਿੱਚ ਕੋਈ ਇਹੋ ਜਿਹੀ ਬਦੀ, ਕੋਈ ਬਿਮਾਰੀ ਨਾ ਰਹਿ ਜਾਵੇ। ਸੋ ਪਰਮੇਸ਼ਰ ਤੁਹਾਨੂੰ ਆਜ਼ਾਦ ਕਰਨਾ ਚਾਹੁੰਦੇ ਨੇ। ਔਰ ਯਸ਼ਾਇਆ ਨਬੀ ਦੀ ਕਿਤਾਬ ਦੇ ਵਿੱਚ ਅਸੀਂ ਵੇਖਿਆ ਕਿ ਕਿਸ ਪ੍ਰਕਾਰ ਪਰਮੇਸ਼ਰ ਆਖਦੇ ਨੇ, ਕਹਿੰਦੇ ਕਿ ਤੁਹਾਡੀਆਂ ਬਦੀਆਂ ਨੇ ਪਰਮੇਸ਼ਰ ਵਿੱਚ ਤੇ ਤੁਹਾਡੇ ਵਿੱਚ ਕੀ ਪਾ ਦਿੱਤੀ, ਜੁਦਾਈ ਪਾ ਦਿੱਤੀ ਹੈ। ਔਰ ਉਸ ਤੋਂ ਬਾਅਦ ਲਿਖਿਆ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਤੁਹਾਡੇ ਤੋਂ ਲੁਕੋ ਦਿੱਤਾ, ਭਾਈ ਉਹ ਨਾ ਸੁਣੇ। ਪਾਪਾਂ ਦੇ ਕਾਰਨ ਹੀ ਕੀ ਹੋ ਗਿਆ, ਮੂੰਹ ਲੁਕੋ ਦਿੱਤਾ ਕਿ ਉਹ ਤੁਹਾਡੀ ਨਹੀਂ ਸੁਣਦਾ। ਸੋ ਇਸ ਲਈ ਪਰਮੇਸ਼ਰ ਦੀ ਬਾਣੀ ਸਾਨੂੰ ਸਪਸ਼ਟਤਾ ਨਾਲ ਦੱਸਦੀ ਹੈ ਕਿ ਕ੍ਰਿਸਚੈਨਿਟੀ ਜਿਹੜੀ ਹੈ, ਜਿਹੜਾ ਮਸੀਹੀ ਜੀਵਨ ਹੈ, ਉਹ ਪਰਮੇਸ਼ਰ ਦੇ ਨਾਲ ਉਹਦੀ ਧਾਰਮਿਕਤਾ ਦੇ ਵਿੱਚ ਚੱਲਣਾ ਹੈ। ਜਿਹੜੇ ਲੋਕ ਪਰਮੇਸ਼ਰ ਦੇ ਨਾਲ ਉਹਦੀ ਧਾਰਮਿਕਤਾ ਦੇ ਵਿੱਚ ਚੱਲਦੇ ਨੇ, ਉਹ ਪਰਮੇਸ਼ਰ ਦੇ ਨਾਲ ਫੈਲੋਸ਼ਿਪ ਰੱਖਦੇ ਨੇ ਔਰ ਉਹਨਾਂ ਦੇ ਜੀਵਨ ਦੇ ਵਿੱਚ ਉਹ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਉਹ ਪਾਪ ਦੀ ਵਾਹ ਨਹੀਂ ਚੱਲ ਸਕਦੀ। ਪਰਮੇਸ਼ਰ ਨੇ ਉਹਨਾਂ ਨੂੰ ਆਪਣੀ ਮਹਿਮਾ ਦੇ ਲਈ ਸੱਚਮੁੱਚ ਚੁਣਿਆ ਹੈ ਔਰ ਤੁਸੀਂ ਪਰਮੇਸ਼ਵਰ ਦੀ ਮਹਿਮਾ ਲਈ ਸਿਰਜੇ ਗਏ ਹੋ। ਪਰਮੇਸ਼ਵਰ ਨੇ ਤੁਹਾਨੂੰ ਆਪਣੀ ਮਹਿਮਾ ਦੇ ਲਈ ਸਿਰਜਿਆ ਹੈ ਔਰ ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਹਰ ਇੱਕ ਪ੍ਰਕਾਰ ਦੀ ਕੜਵਾਹਟ ਨੂੰ ਕੱਢ ਕੇ ਪਰਮੇਸ਼ਵਰ ਦਾ ਪ੍ਰੇਮ ਆਪਣੇ ਦਿਲਾਂ ਦੇ ਵਿੱਚ ਭਰ ਲਵੋ। ਇਸ ਲਈ ਯੋਹੰਨਾ ਦੀ ਪਹਿਲੀ ਪੱਤਰੀ ਦੇ 2 ਅਧਿਆਏ ਦੇ 1 ਵਚਨ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ ਤਾਂ ਇਸ ਜਗ੍ਹਾ ਤੇ ਲਿਖਿਆ ਹੋਇਆ ਹੈ, ਆਪਾਂ ਧਿਆਨ ਦੇਵਾਂਗੇ। ਬਹੁਤ ਸੋਹਣਾ ਵਚਨ ਹੈ, ਹੀ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਭਾਈ ਤੁਸੀਂ ਪਾਪ ਨਾ ਕਰੋ। ਇੱਥੇ ਲਿਖਿਆ ਕਿ ਮੈਂ ਵਚਨ ਤੁਹਾਨੂੰ ਇਸ ਲਈ ਲਿਖ ਰਿਹਾ ਕਿ ਤੁਸੀਂ ਪਾਪ ਨਾ ਕਰੋ। ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ, ਅਰਥਾਤ ਯੀਸ਼ੂ ਮਸੀਹ ਜਿਹੜਾ ਧਰਮੀ ਹੈ। ਬਾਈਬਲ 'ਚ ਲਿਖਿਆ ਜੇ ਤੁਹਾਡੇ ਤੋਂ ਗਲਤੀਆਂ ਹੋ ਚੁੱਕੀਆਂ ਨੇ, ਗਲਤੀਆਂ ਹੋ ਗਈਆਂ ਨੇ, ਤਾਂ ਵੀ ਕੋਈ ਗੱਲ ਨਹੀਂ ਹੈ, ਤੁਸੀਂ ਪਰਮੇਸ਼ਰ ਦੇ ਕੋਲ ਅੱਜ ਵੀ ਵਾਪਸ ਆ ਸਕਦੇ ਹੋ। ਇਸ ਜਗ੍ਹਾ ਤੇ ਲਿਖਿਆ ਕਿ ਮੈਂ ਤੁਹਾਨੂੰ ਤਾਂ ਲਿਖਿਆ ਹੈ ਕਿ ਤੁਸੀਂ ਗਾਹਾਂ ਤੋਂ ਪਾਪ ਨਾ ਕਰੋ। ਜੇ ਪਹਿਲਾਂ ਗਲਤੀਆਂ ਕਰ ਲਈਆਂ, ਗੁਨਾਹ ਕਰ ਲਏ, ਪਾਪ ਕਰ ਲਏ, ਤਾਂ ਬਾਈਬਲ ਦੱਸਦੀ ਹੈ ਚਾਹੇ ਪਾਪ ਤੁਹਾਡੇ ਕਿੰਨੇ ਵੀ ਲਾਲ ਰੰਗ ਦੇ ਗੂੜੇ ਕਿਉਂ ਨਾ ਹੋਣ, ਪਰਮੇਸ਼ਵਰ ਉਹਨਾਂ ਨੂੰ ਧੋ ਕੇ ਬਰਫ਼ ਨਾਲੋਂ ਵੀ ਜ਼ਿਆਦਾ ਸਫੇਦ ਕਰ ਦੇਵੇਗਾ, ਤੁਹਾਡੇ ਪਾਪ ਬਖਸ਼ ਦੇਵੇਗਾ। ਬਸ ਸਿਰਫ ਤੁਸੀਂ ਆਪਣੇ ਪਾਪਾਂ ਤੋਂ ਮਨ ਫਿਰਾ ਕੇ ਉਸ ਦੇ ਵੱਲ ਮੁੜ ਆਓ ਔਰ ਪਰਮੇਸ਼ਰ ਤੋਂ ਤੁਸੀਂ ਆਪਣੀ ਮਾਫੀ ਨੂੰ ਕੀ ਕਰ ਸਕਦੇ ਹੋ, ਰਿਸੀਵ ਕਰ ਸਕਦੇ ਹੋ। ਆਪਣੀ ਮਾਫੀ ਨੂੰ ਤੁਸੀਂ ਪਰਮੇਸ਼ਰ ਤੋਂ ਪਾ ਸਕਦੇ ਹੋ। ਇਹ ਮਾਫੀ ਦੇ ਬਾਰੇ ਜਿਵੇਂ ਕਿ ਅਸੀਂ ਪਹਿਲਾ ਯੋਹੰਨਾ ਦੀ ਜਦੋਂ 1 ਦੀ 9 ਆਇਤ ਨੂੰ ਵੇਖਦੇ ਹਾਂ ਤਾਂ ਉੱਥੇ ਲਿਖਿਆ ਹੈ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਤੇ ਧਰਮੀ ਹੈ, ਭਾਈ ਸਾਡੇ ਪਾਪ ਨੂੰ ਮਾਫ ਕਰਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ। ਮੇਰੇ ਅਜ਼ੀਜ਼ੋ, ਬਾਈਬਲ ਸਾਨੂੰ ਦੱਸਦੀ ਹੈ ਕਿ ਜੇ ਤੁਸੀਂ ਆਪਣੇ ਪਾਪਾਂ ਦਾ ਇਕਰਾਰ ਕਰੋ ਤਾਂ ਉਹ ਤੁਹਾਡੇ ਪਾਪਾਂ ਨੂੰ ਮਾਫ ਕਰਨ ਲਈ ਵਿਸ਼ਵਾਸਯੋਗ ਤੇ ਧਰਮੀ ਹੈ। ਪਰ ਅੱਜ ਬਹੁਤ ਸਾਰੇ ਲੋਕ ਆਪਣੇ ਮੂੰਹ ਤੋਂ ਪਾਪ ਦਾ ਇਕਰਾਰ ਨਹੀਂ ਕਰਦੇ। ਬਹੁਤ ਸਾਰੇ ਲੋਕ ਨੇ ਅੱਜ ਸੰਸਾਰ ਵਿੱਚ, ਕੋਈ ਵੀ ਆਪਣੀ ਗਲਤੀ ਨੂੰ ਨਹੀਂ ਮੰਨਣਾ ਚਾਹੁੰਦਾ, ਪਰ ਜਿਹੜੇ ਮੰਨ ਲੈਣਗੇ ਬਾਈਬਲ ਦੱਸਦੀ ਹੈ ਕਿ ਉਹਨਾਂ ਦੇ ਪਾਪ ਬਖਸ਼ੇ ਜਾਣਗੇ। ਅੱਜ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜੋ ਬੰਦੇ ਦੀ ਜ਼ਰੂਰਤ ਹੈ ਉਹ ਪਾਪਾਂ ਦੀ ਮਾਫੀ ਹੈ।
ਸੋ ਮੇਰੇ ਭੈਣੋ ਭਰਾਵੋ, ਪਾਪਾਂ ਦੀ ਮੁਆਫੀ ਪਾਉਣਾ ਬਹੁਤ ਜ਼ਰੂਰੀ ਹੈ। ਜਿਹੜੇ ਪਾਪ, ਗਲਤੀਆਂ, ਗੁਨਾਹ ਅਸੀਂ ਲੁਕ ਛੁਪ ਕੇ ਕੀਤੇ, ਦੇਹ ਦੁਆਰਾ ਕੀਤੇ, ਬੋਲਣ ਦੁਆਰਾ ਕੀਤੇ, ਦੇਖਣ ਦੁਆਰਾ ਕੀਤੇ, ਸੁਣਨ ਦੁਆਰਾ ਕੀਤੇ, ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਤੇ ਗੁਨਾਹ ਸਾਡੇ ਸਰੀਰ ਦੇ ਦੁਆਰਾ ਹੋਏ ਹੋਣਗੇ। ਪਰ ਬਾਈਬਲ ਬਿਆਨ ਕਰਦੀ ਹੈ ਕਿ ਅਗਰ ਅੱਜ ਵੀ ਤੁਸੀਂ ਇਕਰਾਰ ਕਰੋ, ਅੱਜ ਵੀ ਤੁਸੀਂ ਮੰਨ ਲਵੋ ਕਿ ਮੈਂ ਪਾਪ ਕੀਤਾ, ਖੁਦਾ ਮੈਨੂੰ ਮਾਫ ਕਰ ਦੇ, ਮੇਰੇ ਤੇ ਦਇਆ ਕਰ ਦੇ, ਤੇ ਬਾਈਬਲ 'ਚ ਲਿਖਿਆ ਉਹ ਅੱਜ ਵੀ ਤੁਹਾਡੇ ਪਾਪ ਮਾਫ ਕਰਨ ਦੇ ਲਈ ਵਿਸ਼ਵਾਸਯੋਗ ਤੇ ਧਰਮੀ ਪਰਮੇਸ਼ਰ ਹੈ। ਔਰ ਇਸ ਲਈ ਪਾਪਾਂ ਦੀ ਮਾਫੀ ਬਹੁਤ ਜ਼ਰੂਰੀ ਹੈ। ਕੋਈ ਸਰਕਾਰ ਪਾਪਾਂ ਦੀ ਮਾਫੀ ਨਹੀਂ ਦੇ ਸਕਦੀ, ਕੋਈ ਸੰਸਾਰ ਦਾ ਵਿਅਕਤੀ ਪਾਪ क्षमा ਨਹੀਂ ਕਰ ਸਕਦਾ। ਪਾਪ क्षमा ਕਰਨ ਦਾ ਅਖਤਿਆਰ ਸਿਰਫ ਯਿਸੂ ਮਸੀਹ ਨੂੰ ਦਿੱਤਾ ਗਿਆ ਹੈ। ਬੇਸ਼ੱਕ ਲੋਕ ਅੱਜ ਕੁਝ ਵੀ ਕਹਿਣ, ਸੁਣਨ ਵਾਲੇ ਭਾਵੇਂ ਕੁਝ ਵੀ ਕਹਿਣ, ਭਾਵੇਂ ਨਿੰਦਾ ਕਰਨ, ਭਾਵੇਂ ਇਨਸਲਟ ਕਰਨ, ਭਾਵੇਂ ਅੱਜ ਕੁਝ ਵੀ ਬੋਲਣ, ਮਸੀਹ ਦੇ ਅਨੁਯਾਈਆਂ ਨੂੰ ਭਾਵੇਂ ਉਹ ਚਾਹੇ ਕਿੰਨੇ ਵੀ ਨੀਚ ਨਾਮਾਂ ਦੇ ਨਾਲ ਪੁਕਾਰਨ, ਮੇਰੇ ਅਜ਼ੀਜ਼ੋ, ਬਾਈਬਲ ਸਾਨੂੰ ਦੱਸਦੀ ਹੈ ਕਿ ਇੱਕ ਦਿਨ ਉਹਨਾਂ ਉੱਤੇ ਗੱਲ ਪ੍ਰਗਟ ਹੋ ਜਾਵੇਗੀ ਕਿ ਇੱਕੋ ਹੀ ਮੁਕਤੀਦਾਤਾ ਹੈ ਔਰ ਉਹ ਮੁਕਤੀਦਾਤਾ ਸਿਰਫ ਪ੍ਰਭੂ ਯਿਸੂ ਮਸੀਹ ਹੈ। ਔਰ ਮੇਰੇ ਅਜ਼ੀਜ਼ੋ, ਬਾਈਬਲ ਦੱਸਦੀ ਹੈ ਕਿ ਚਾਹੇ ਪਾਪ ਤੁਹਾਡੇ ਕਿੰਨੇ ਵੀ ਲਾਲ ਰੰਗ ਦੇ ਗੂੜੇ ਕਿਉਂ ਨਾ ਹੋਣ, ਪਰਮੇਸ਼ਵਰ ਉਹਨਾਂ ਨੂੰ ਧੋ ਕੇ ਬਰਫ਼ ਨਾਲੋਂ ਵੀ ਜ਼ਿਆਦਾ ਸਫੇਦ ਕਰਨ ਦੀ ਸਾਮਰਥ ਰੱਖਦੇ ਨੇ। ਔਰ ਇਸ ਲਈ ਪਰਮੇਸ਼ਵਰ ਦਾ ਇਹ ਸੱਦਾ ਹੈ ਤੁਹਾਡੇ ਲਈ ਕਿ ਆਓ ਅਸੀਂ ਆਪਣੇ ਪਾਪਾਂ ਦਾ ਪਰਮੇਸ਼ਵਰ ਦੇ ਸਾਹਮਣੇ ਕੀ ਕਰ ਲਈਏ, ਇਕਰਾਰ ਕਰ ਲਈਏ ਤੇ ਅਸੀਂ ਆਪਣੇ ਪਾਪਾਂ ਦੀ ਮਾਫੀ ਨੂੰ ਪਾ ਲਈਏ। ਇਸ ਲਈ ਮੇਰੇ ਅਜ਼ੀਜ਼ੋ, ਸੰਸਾਰ ਦੇ ਵਿੱਚ ਅੱਜ 3 ਚੀਜ਼ਾਂ ਤੇ ਹੀ ਲੋਕਾਂ ਨੇ ਜ਼ੋਰ ਦਿੱਤਾ ਪਿਆ ਹੈ, ਰੋਟੀ, ਕੱਪੜਾ ਤੇ ਮਕਾਨ। ਬਸ ਇਹ 3 ਲੋੜਾਂ ਨੇ ਬੰਦੇ ਦੀਆਂ। ਪਰ ਮੈਂ ਦੱਸਣਾ ਚਾਹੁੰਦਾ ਕਿ ਇਹ ਚੀਜ਼ਾਂ ਉਨਾ ਚਿਰ ਰਹੇ ਜਿੰਨਾ ਚਿਰ ਤੁਸੀਂ ਜ਼ਿੰਦਾ ਰਹੋ। ਜਦ ਤੁਸੀਂ ਸੰਸਾਰ 'ਚੋਂ ਚਲੇ ਗਏ ਨਾ, ਵਿੱਚੋਂ ਕੋਈ ਚੀਜ਼ ਤੁਹਾਡੇ ਕੰਮ ਨਹੀਂ ਆਏਗੀ, ਪਰ ਇੱਕੋ ਹੀ ਚੀਜ਼ ਕੰਮ ਆਏਗੀ। ਲਿਖਿਆ ਧਨ ਉਹ ਹੈ ਜਿਹਦੇ ਪਾਪ ਬਖਸ਼ੇ ਗਏ, ਜਿਹਦੇ ਲਿਖੀ ਪਰਮੇਸ਼ਰ ਪਾਪ ਨਹੀਂ ਗਿਣਦਾ। ਸੋ ਅੱਜ ਵੀ ਮੌਕਾ ਹੈ, ਮੋੜ ਆਓ, ਪਰਮੇਸ਼ਰ ਦੇ ਵੱਲ ਮੋੜ ਆਓ ਤਾਂ ਕਿ ਪਰਮੇਸ਼ਰ ਦਇਆ ਕਰੇ। ਇਹ ਜੋ ਵੀ ਸੰਸਾਰ ਤੇ ਆਫਤ ਹੈ, ਇਹ ਆਫਤ ਟਲ ਜਾਵੇਗੀ। ਮੈਂ ਫਿਰ ਤੋਂ ਕਹਿਣਾ ਕਿ ਆਫਤ ਟਲ ਜਾਵੇਗੀ, ਕੋਈ ਬਾਬਾ ਬਿਮਾਰੀ ਨਹੀਂ ਰਹੇਗੀ। ਸਿਰਫ ਪਰਮੇਸ਼ਰ ਵੱਲ ਮੋੜ ਆਓ। ਹਰ ਵਿਅਕਤੀ ਆਪਣੇ ਪਾਪ ਤੋਂ ਮੁੜੇ। ਔਰ ਮੈਂ ਵਾਅਦਾ ਕਰਦਾ, ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਕੋਈ ਵੀ ਬਾਬਾ, ਚਾਹੇ ਉਹ ਕੋਈ ਵੀ ਵਾਇਰਸ ਕਿਉਂ ਨਾ ਹੋਵੇ, ਉਹ ਆਪਣੇ ਆਪ ਮਰ ਜਾਏਗਾ, ਕਿਉਂਕਿ ਪਾਪ ਦੇ ਕਾਰਨ ਹੀ ਇਹ ਸਾਰੇ ਵਾਇਰਸ ਪਲਕਦੇ ਨੇ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹਨਾਂ ਨੂੰ ਮਾਰਨ ਦਾ ਇੱਕੋ ਹੀ ਤਰੀਕਾ ਹੈ, ਉਹ ਹੈ ਯਿਸੂ ਮਸੀਹ ਦਾ ਲਹੂ, ਜਿਹੜਾ ਯਿਸੂ ਦੇ ਲਹੂ ਨਾਲ ਸਾਫ਼ ਹੋ ਗਿਆ। ਉਹਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਸ਼ੈਤਾਨ ਉਹਨੂੰ ਨਾਸ਼ ਨਹੀਂ ਕਰ ਸਕਦਾ, ਕਦੀ ਵੀ ਰੱਬ ਦੇ ਪਿਆਰ ਤੋਂ ਵੱਖ ਨਹੀਂ ਕਰ ਸਕਦਾ। ਸੋ ਇਸ ਲਈ ਪਰਮੇਸ਼ਰ ਦੀ ਬਾਣੀ ਦੇ ਵਿੱਚ ਲਿਖਿਆ, ਕੁਲੀਸਿਆਂ ਦੀ ਕਿਤਾਬ ਦੇ ਵਿੱਚ ਜਦੋਂ 3 ਅਧਿਆਏ ਦੀ ਉਹਦੀ 3 ਤੋਂ 6 ਆਇਤ ਤੱਕ ਪੜ੍ਹਦੇ ਹਾਂ ਤਾਂ ਬਹੁਤ ਸੋਹਣਾ ਇਸ ਜਗ੍ਹਾ ਤੇ ਲਿਖਿਆ। ਆਪਾਂ ਬੜੇ ਧਿਆਨ ਨਾਲ ਵਚਨ ਸੁਣਾਂਗੇ। ਕਿਉਂ ਜੋ ਤੁਸੀਂ ਮੋਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ। ਜਿਸ ਵੇਲੇ ਮਸੀਹ ਜੋ ਸਾਡਾ ਪਰਮੇਸ਼ਰ, ਸਾਡਾ ਜੀਵਨ ਹੈ, ਪ੍ਰਗਟ ਕੀਤਾ ਜਾਵੇਗਾ, ਉਸ ਵੇਲੇ ਤੁਸੀਂ ਵੀ ਉਹਦੇ ਨਾਲ ਤੇਜ ਵਿੱਚ ਪ੍ਰਗਟ ਕੀਤੇ ਜਾਓਗੇ। ਬਾਈਬਲ ਬਿਆਨ ਕਰਦੀ ਹੈ ਕਿ ਜਦੋਂ ਯਿਸੂ ਮਸੀਹ ਆਏਗਾ, ਤੁਸੀਂ ਵੀ ਉਸ ਤੇਜ ਵਿੱਚ, ਉਸ ਮਹਿਮਾ ਦੇ ਵਿੱਚ ਪ੍ਰਗਟ ਕੀਤੇ ਜਾਓਗੇ। ਇਸ ਲਈ ਲਿਖਿਆ, ਤੁਸੀਂ ਮਰੇ ਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੋਇਆ ਹੈ। ਜਦੋਂ 5 ਆਇਤ ਨੂੰ ਵੇਖਦੇ ਹਾਂ ਤਾਂ ਇਸ ਜਗ੍ਹਾ ਤੇ ਲਿਖਿਆ ਹੈ, ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ, ਅਰਥਾਤ ਹਰਾਮਕਾਰੀ, ਗੰਦਮੰਦ ਕਾਮਨਾ, ਬੁਰੀ ਇੱਛਾ, ਲੋਭ ਨੂੰ, ਜਿਹੜਾ ਮੂਰਤੀ ਪੂਜਾ ਹੈ, ਕਿਉਂ ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਸੋ ਬਾਈਬਲ ਬਿਆਨ ਕਰਦੀ ਹੈ ਕਿ ਜੇ ਅਸੀਂ ਆਪਣੇ ਉਹਨਾਂ ਅੰਗਾਂ ਨੂੰ ਜੋ ਧਰਤੀ ਤੇ ਹਨ ਮਾਰ ਦਈਏ ਤਾਂ ਪਰਮੇਸ਼ਵਰ ਤੁਹਾਡੇ ਤੇ ਦਇਆ ਕਰੇਗਾ। ਇਸ ਜਗ੍ਹਾ ਤੇ ਕੁਝ ਕਿਸਮਾਂ ਦੱਸੀਆਂ ਗਈਆਂ ਨੇ ਹਰਾਮਕਾਰੀ ਦੀਆਂ। ਹਰਾਮਕਾਰੀ, ਗੰਦਮੰਦ, ਇੱਥੇ ਲਿਖਿਆ ਹੈ ਕਿ ਕਿਹੜੀਆਂ ਕਿਸਮਾਂ ਹਨ ਬਦੀ ਦੀਆਂ। ਔਰ ਇੱਥੇ ਲਿਖਿਆ ਹੈ ਕਿ ਹਰਾਮਕਾਰੀ, ਗੰਦਮੰਦ ਕਾਮਨਾ, ਬੁਰੀ ਇੱਛਾ, ਲੋਭ ਤੇ ਮੂਰਤੀ ਪੂਜਾ। ਲੋਭ ਜੋ ਹੈ ਮੂਰਤੀ ਪੂਜਾ ਦੇ ਬਰਾਬਰ ਹੈ। ਇਸ ਲਈ ਬਾਈਬਲ ਦੱਸਦੀ ਹੈ ਕਿ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਅਣਆਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ। ਸੋ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਣੇ ਦਿਲਾਂ ਨੂੰ ਪਾਕ ਸਾਫ਼ ਕਰੀਏ। ਇਹਨਾਂ ਗੱਲਾਂ ਦੇ ਜਿਹੜੇ ਇਸ ਜਗ੍ਹਾ ਤੇ ਲਿਖੇ ਨੇ, ਇਹਨਾਂ ਦੇ ਅਰਥ ਦੇਖੀਏ ਕੀ ਆ। ਹਰਾਮਕਾਰੀ ਕੀ ਹੁੰਦੀ ਹੈ, ਗੰਦਮੰਦ ਕੀ ਹੁੰਦਾ ਹੈ, ਕਾਮਨਾ ਕੀ ਹੁੰਦੀ, ਬੁਰੀ ਇੱਛਾ ਕੀ ਹੁੰਦੀ ਹੈ, ਲੋਭ ਕੀ ਹੁੰਦਾ ਹੈ। ਔਰ ਅਗਰ ਤੁਸੀਂ ਇਹਨਾਂ ਚੀਜ਼ਾਂ ਦੀ ਡੀਪ ਦੇ ਵਿੱਚ ਜਾਓਗੇ, ਤੁਹਾਨੂੰ ਪਤਾ ਚੱਲੇਗਾ ਕਿ ਇਹ ਉਹੀ ਬਦੀਆਂ ਨੇ ਜਿਹੜੀਆਂ ਕਿਸਮਾਂ ਵੱਖਰੀਆਂ ਵੱਖਰੀਆਂ ਨੇ, ਪਰ ਇਹ ਬਦੀਆਂ ਮਨੁੱਖ ਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਜੁਦਾਈ ਪਾ ਦਿੰਦੀਆਂ ਨੇ। ਔਰ ਅੱਜ ਅਗਰ ਅਸੀਂ ਇਹਨਾਂ ਗੱਲਾਂ ਤੋਂ ਮੁੜੀਏ ਤਾਂ ਪਰਮੇਸ਼ਰ ਜ਼ਰੂਰ ਸਾਡੇ ਤੇ ਦਇਆ ਕਰਨਗੇ। ਪਰਮੇਸ਼ਰ ਤੁਹਾਡੀ ਪ੍ਰਾਰਥਨਾ ਦੇ ਉੱਤਰ ਦੇਣਗੇ। ਔਰ ਇਸ ਲਈ ਕਹੋਤਾਂ ਦੇ ਵਿੱਚ ਜਦੋਂ ਅਸੀਂ 12 ਦੀ 28 ਆਇਤ ਨੂੰ ਪੜ੍ਹਦੇ ਤਾਂ ਉੱਤੇ ਲਿਖਿਆ, ਧਰਮ ਦੇ ਰਾਹ ਵਿੱਚ ਜਿਉਣ ਹੈ ਅਤੇ ਉਹਦੇ ਪਹੇ ਵਿੱਚ ਮੂਲੋਂ ਮੌਤ ਨਹੀਂ। ਬਾਈਬਲ ਸਾਨੂੰ ਦੱਸਦੀ ਹੈ ਕਿ ਜੇ ਤੁਸੀਂ ਪਰਮੇਸ਼ਰ ਦੀ ਰਾਹ ਉੱਤੇ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਚੱਲਦੇ ਹੋ ਤਾਂ ਤੁਹਾਡੇ ਰਾਹ ਦੇ ਵਿੱਚ ਕੋਈ ਮੌਤ ਨਹੀਂ ਆ। ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਦੇ ਰਾਹ ਦੇ ਵਿੱਚ ਜ਼ਿੰਦਗੀ ਹੈ,
ਕਿਹੜੇ ਰਾਹ ਵਿੱਚ? ਪਰਮੇਸ਼ਰ ਦੇ ਰਾਹ ਵਿੱਚ। ਅਸੀਂ ਦੱਸ ਰਹੇ ਹਾਂ ਕਿ ਪਰਮੇਸ਼ਰ ਦੇ ਨਾਲ ਚੱਲਣਾ ਰੋਜ਼ ਧਾਰਮਿਕਤਾ ਦੇ ਵਿੱਚ ਚੱਲਣਾ ਹੈ। ਪਰਮੇਸ਼ਰ ਦੇ ਪਿੱਛੇ ਚੱਲਣਾ, ਧਾਰਮਿਕਤਾ ਦੇ ਵਿੱਚ ਚੱਲਣਾ, ਉਹ ਧਰਮੀ ਬਣ ਕੇ ਜਿਉਣਾ ਹੈ। ਧਰਮੀ ਬੰਦਿਆਂ ਨੂੰ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਾਂ, ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਧਰਮੀ ਬੰਦਿਆਂ ਨੂੰ ਪਰਮੇਸ਼ਰ ਕਦੀ ਛੱਡਦਾ ਨਹੀਂ, ਕਦੀ ਤਿਆਗਦਾ ਨਹੀਂ। ਪਰਮੇਸ਼ਰ ਆਪਣੇ ਲੋਕਾਂ ਦੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਹੈ। ਇਸ ਲਈ ਲਿਖਿਆ, ਧਰਮੀਆਂ ਦੀਆਂ ਦੁਆਵਾਂ ਦੇ ਵਿੱਚ ਬੜਾ ਅਸਰ ਹੁੰਦਾ ਹੈ। ਜਿਹੜੇ ਧਰਮੀ ਲੋਕ ਹੁੰਦੇ ਨੇ ਉਹ ਪਰਮੇਸ਼ਰ ਦੇ ਨਾਲ ਚੱਲਦੇ ਨੇ, ਉਹਦੀ ਧਾਰਮਿਕਤਾ ਦੇ ਵਿੱਚ। ਧਰਮੀ ਲੋਕ ਉਹ ਨੇ ਜਿਹੜੇ ਲੋਕ ਆਪਣੇ ਦਿਲ ਵਿੱਚ ਬਦੀਆਂ ਨਹੀਂ ਰੱਖਦੇ, ਪਰਮੇਸ਼ਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਨੇ। ਸੋ ਮੈਂ ਬੇਨਤੀ ਕਰਦਾ ਕਿ ਅਸੀਂ ਕਿਸੇ ਵੀ ਆਗਿਆ ਨਾਲੋਂ ਪਰਮੇਸ਼ਰ ਦੀ ਆਗਿਆ ਨੂੰ ਉੱਤਮ ਸਮਝਦੇ ਹੋਏ ਇਸ ਵਚਨ ਨੂੰ ਵੀ ਜੋ ਅਸੀਂ ਸੁਣਿਆ ਹੈ ਆਪਣੇ ਜੀਵਨ 'ਚ ਲਾਗੂ ਕਰੀਏ ਕਿ ਸੱਚਮੁੱਚ ਅਗਰ ਆਪਣੇ ਦਿਲ 'ਚ ਅਸੀਂ ਬਦੀ ਰੱਖਾਂਗੇ, ਰੱਬ ਸਾਡੀ ਕਦੀ ਨਹੀਂ ਸੁਣੇਗਾ। ਪਾਕ ਤੇ ਸਾਫ਼ ਹਿਰਦੇ ਪਰਮੇਸ਼ਰ ਚਾਹੁੰਦਾ ਹੈ, ਤੇ ਪਾਕ ਸਾਫ਼ ਅਸੀਂ ਆਪਣੇ ਆਪ ਨਹੀਂ ਹੁੰਦੇ। ਉਹਦੇ ਲਈ ਵੀ ਸੱਚਮੁੱਚ ਯਿਸੂ ਦਾ ਲਹੂ ਡੋਲਿਆ ਗਿਆ। ਯਿਸੂ ਦਾ ਲਹੂ ਸਾਨੂੰ ਸਾਡੇ ਸਾਰੇ ਪਾਪਾਂ ਤੋਂ ਧੋ ਕੇ ਸ਼ੁੱਧ ਕਰਦਾ। ਜੇ ਤੁਸੀਂ ਵਿਸ਼ਵਾਸ ਕਰੋ ਤਾਂ ਤੁਸੀਂ ਇਸ ਵਕਤ ਵੀ ਪ੍ਰਾਰਥਨਾ ਦੇ ਵਿੱਚ ਜਾ ਕੇ ਪਰਮੇਸ਼ਰ ਤੋਂ ਆਪਣੇ ਪਾਪਾਂ ਦੀ ਮਾਫੀ ਨੂੰ ਪਾ ਸਕਦੇ ਹੋ। ਔਰ ਉਸ ਤੋਂ ਬਾਅਦ ਵਿਸ਼ਵਾਸ ਕਰ ਲਈਓ। ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ। ਨਿਸ਼ਚਾ ਕਰਿਓ ਕਿ ਪਰਮੇਸ਼ਰ ਨੇ ਤੁਹਾਡੇ ਪਾਪ ਬਖਸ਼ ਦਿੱਤੇ, ਤੇ ਪਰਮੇਸ਼ਰ ਤੁਹਾਡੇ ਪਾਪਾਂ ਨੂੰ ਇੰਨੀ ਦੂਰ ਸੁੱਟ ਦੇਣਗੇ ਕਿ ਕਦੀ ਵੀ ਉਹਨਾਂ ਨੂੰ ਦੁਬਾਰਾ ਚੇਤੇ ਨਹੀਂ ਕਰਨਗੇ। ਸੋ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਬਰਕਤ ਔਰ ਆਸ਼ੀਸ਼ ਦੇਵੇ। ਔਰ ਮੈਂ ਚਾਹੁੰਦਾ ਕਿ ਪਰਮੇਸ਼ਰ ਤੁਹਾਡੀ ਲਾਈਫ ਦੇ ਵਿੱਚ ਇੱਕ ਅਚੰਭਾ ਕੰਮ ਕਰੇ ਕਿ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਦੇ ਉੱਤਰ ਪਾ ਸਕੋ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਗੋਡ ਬਲੈਸ ਯੂ। ਸ਼ਾਲੋਮ।